हाँ जी, ਤਾਂ ਸਵਾਗਤ ਹੈ ਸਾਡੇ ਚੈਨਲ ਕੀ ਪੁਆਇੰਟ 05 ਦੇ ਵਿੱਚ। ਅੱਜ ਆਪਣਾ ਬਾਇਓ ਦਾ ਸੈਕਿੰਡ ਲੈਕਚਰ ਹੈ। ਤਾਂ ਇਸ ਤੋਂ ਪਹਿਲੇ ਦੇ ਵਿੱਚ ਆਪਾਂ ਕੁਝ ਕੁਐਸਚਨ ਡਿਸਕਸ ਕਰੇ ਸੀ ਤੇ ਹੁਣ ਉਹਨਾਂ ਦੇ ਆਨਸਰ। ਦਾ ਬ੍ਰਾਂਚ ਆਫ ਸਾਇੰਸ ਵਿਚ ਡੀਲਸ ਵਿਦ ਪਲਾਂਟ, ਜਿਹੜੀ ਸਾਇੰਸ ਦੀ ਬ੍ਰਾਂਚ ਪਲਾਂਟਸ ਨਾਲ ਡੀਲ ਕਰਦੀ ਹੈ ਉਹਨੂੰ ਕਹਿੰਦੇ ਨੇ ਬੋਟਨੀ। ਵੂ ਡਿਸਕਵਰਡ ਫਸਟ ਸੈੱਲ, ਸਭ ਤੋਂ ਪਹਿਲਾ ਸੈੱਲ ਜਿਹੜਾ ਸੀ ਰੋਬਰਟ ਹੁੱਕ ਨੇ ਡਿਸਕਵਰ ਕੀਤਾ ਸੀ। ਸਭ ਤੋਂ ਪਹਿਲਾ ਲਿਵਿੰਗ ਸੈੱਲ ਜਿਹੜਾ ਸੀ ਲੀਵਨ ਹੁੱਕ ਨੇ। ਸੈੱਲ ਵਰਡ ਦਾ ਮਤਲਬ ਇੱਕ ਐਮਪਟੀ ਸਪੇਸ, ਕਿਸੇ ਵੀ ਜਗ੍ਹਾ ਤੇ ਕਿਸੇ ਵੀ ਚੀਜ਼ ਦੇ ਵਿੱਚ ਜਿਹੜੀ ਖਾਲੀ ਥਾਂ ਹੁੰਦੀ ਹੈ ਉਸ ਟਾਈਮ ਤੇ ਸੈੱਲ ਵਰਡ ਯੂਜ਼ ਕੀਤਾ ਗਿਆ ਸੀ। ਸਭ ਤੋਂ ਪਹਿਲਾਂ ਸੈੱਲ ਵਰਡ ਸੈਲੂਲਾ ਵਰਡ ਤੋਂ ਲਿਆ ਗਿਆ। ਸੈੱਲ ਦਾ ਨਿਊਕਲੀਅਸ ਕਿਹਨੇ ਡਿਸਕਵਰ ਕਰਿਆ ਸੀ? ਰੋਬਰਟ ਬਰਾਊਨ ਨੇ। ਡਿਸਕਵਰ ਕਿਹਨੇ ਕੀਤਾ ਸੀ? ਰੋਬਰਟ ਬਰਾਊਨ ਨੇ। ਸੈੱਲ ਥਿਊਰੀ ਜਿਹੜੀ ਸੀ ਉਹ ਦਿੱਤੀ ਗਈ ਸੀ ਸਕਲੈਡਨ ਐਂਡ ਸ਼ਵਾਨ। ਦਾ ਜੈਨੇਟਿਕ, ਜਿਹੜੀ ਆਪਣੀ ਜੈਨੇਟਿਕ ਇਨਫੋਰਮੇਸ਼ਨ ਹੁੰਦੀ ਹੈ ਉਹ ਆਪਣੇ DNA 'ਚ ਪ੍ਰੈਜ਼ੈਂਟ ਹੁੰਦੀ ਹੈ। ਰਿਸਪੌਂਸ ਟੂ ਸਟਿਮੂਲੀ ਦਾ ਮਤਲਬ ਹੁੰਦਾ ਹੈ ਆਪਣੇ ਆਲੇ ਦੁਆਲੇ ਦੀਆਂ ਚੀਜ਼ਾਂ ਨੂੰ ਰਿਸਪੌਂਸ, ਕਿ ਰਿਸਪੌਂਸ ਟੂ ਚੇਂਜ ਅਰਾਊਂਡ ਅਸ, ਆਪਣੇ ਆਲੇ ਦੁਆਲੇ ਜਾਂ ਆਪਣੇ ਇਨਵਾਇਰਮੈਂਟ ਦੇ ਵਿੱਚ ਜੋ ਵੀ ਚੇਂਜਿਸ ਹੁੰਦੀਆਂ ਨੇ ਉਹਨਾਂ ਨੂੰ ਰਿਸਪੌਂਡ ਕਰਨਾ। ਵਟ ਇਜ਼ ਦਾ ਲੌਂਗੈਸਟ ਸੈੱਲ ਆਫ ਹਿਊਮਨ ਬੋਡੀ? ਹਿਊਮਨ ਬੋਡੀ ਦੇ ਵਿੱਚ ਲੌਂਗੈਸਟ ਸੈੱਲ ਜਿਹੜਾ ਹੁੰਦਾ ਹੈ ਉਹ ਹੁੰਦਾ ਨਰਵ ਸੈੱਲ। ਐਂਡ ਨੇਮ ਦਾ ਲਾਰਜੈਸਟ ਸੈੱਲ ਟੂ ਐਗਜ਼ਿਸਟ, ਜਿਹੜਾ ਲਾਰਜੈਸਟ ਸੈੱਲ ਐਗਜ਼ਿਸਟ ਕਰਦਾ ਹੈ ਉਹ ਹੁੰਦਾ ਆਸਟ੍ਰਿਚ ਦਾ ਐਗ। ਆਸਟ੍ਰਿਚ ਦਾ ਐਗ, ਇਹਨੂੰ ਆਪਾਂ ਨੇਕਡ ਆਈ ਨਾਲ ਵੇਖ ਸਕਦੇ ਹੋ। ਤੇ ਸਮਾਲੈਸਟ ਸੈੱਲ PPLO, ਜਾਂ ਫਿਰ ਇਹਨੂੰ ਮਾਈਕੋਪਲਾਜ਼ਮਾ ਵੀ ਕਹਿ ਦਿੰਦੇ ਨੇ। ਠੀਕ ਹੈ ਜੀ, ਇਹ ਸੀ ਪਿਛਲੇ ਜੋ ਪਹਿਲਾ ਆਪਾਂ ਚੈਪਟਰ ਦੇ ਫਸਟ ਵੀਡੀਓ ਦਾ ਫਸਟ ਪਾਰਟ ਸੀਗਾ, ਠੀਕ ਹੈ, ਉਹਦੇ ਵਿੱਚ ਆਪਾਂ ਇਹੀ ਕੁਐਸਚਨ ਤੇ ਇਹਨਾਂ ਦੇ ਜਿਹੜਾ ਮੈਟਰ ਸੀ ਉਹ ਡਿਸਕਸ ਕਰਿਆ ਸੀ। ਠੀਕ ਹੈ ਜੀ, ਹੁਣ ਅੱਗੇ ਚੱਲਦੇ ਹਾਂ। ਠੀਕ ਹੈ ਜੀ, ਪਹਿਲਾਂ ਆਪਣੇ ਕੋਲ 5 ਵਰਡ ਜੋ ਆਪਣਾ 5 ਟਰਮਸ ਨੇ ਤੇ ਫਿਰ ਉਸ ਤੋਂ ਬਾਅਦ ਅੱਗੇ ਚੱਲਦੇ ਹਾਂ। ਇਹ 5 ਟਰਮਸ ਆਪਾਂ ਕਰ ਲਏ ਸੀ ਤੇ ਇਸ ਤੋਂ ਬਾਅਦ ਅੱਗੇ ਚੱਲਦੇ ਹਾਂ। ਠੀਕ ਹੈ, ਅਗਲੀ ਟਰਮ ਹੈ ਆਪਣੇ ਕੋਲ ਕਲੋਨ। ਜਦੋਂ ਕਲੋਨ ਵਰਡ ਉਦੋਂ ਯੂਜ਼ ਕਰਿਆ ਜਾਂਦਾ ਹੈ ਜਦੋਂ ਦੋ ਜੈਨੇਟਿਕਲੀ ਆਈਡੈਂਟੀਕਲ ਇੰਡੀਵਿਜੂਅਲਸ ਹੋਣ। ਦੋ ਇੰਡੀਵਿਜੂਅਲਸ ਜਿਹੜੇ ਜੈਨੇਟਿਕਲੀ ਆਈਡੈਂਟੀਕਲ ਦਾ ਮਤਲਬ ਹੁੰਦਾ ਉਹਨਾਂ ਦੇ ਵਿੱਚ ਸੇਮ ਟਾਈਪ ਦੇ ਜੀਨਸ ਹੋਣ। ਠੀਕ ਹੈ, ਜਿਵੇਂ ਨਾ ਇੱਕ ਐਗਜ਼ਾਮਪਲ ਦਿੰਦੇ ਹਾਂ, ਆਪਾਂ ਇੱਕ ਫੋਟੋ ਸਟੇਟ ਕਢਵਾ ਕੇ ਲਿਆਉਂਦੇ ਹਾਂ, ਉਹ ਸੇਮ ਆਪਣੇ ਡਾਕੂਮੈਂਟ ਵਰਗੀ ਹੁੰਦੀ ਹੈ। ਕਿਸੇ ਲਿਵਿੰਗ ਬੀਇੰਗ ਦੀ ਫੋਟੋ ਸਟੇਟ ਕਢਵਾ ਦੇਣੀ, ਉਹਨੂੰ ਕਹਿੰਦੇ ਨੇ ਕਲੋਨ। ਬਿਲਕੁਲ ਉਹ ਆਪਣੇ ਤਰ੍ਹਾਂ ਬੋਲਦਾ ਹੋਏਗਾ, ਸੌਂਦਾ ਜਾਗਦਾ, ਉੱਠਦਾ ਬੈਠਦਾ, ਸਾਰਾ ਕੁਝ ਸੇਮ ਹੋਏਗਾ। ਠੀਕ ਹੈ, ਤਾਂ ਉਹਨੂੰ ਕੀ ਕਹਿੰਦੇ ਨੇ? ਕਲੋਨ। ਕਾਰਡੀਓਲੋਜੀ, ਸਟੱਡੀ ਆਫ ਹਾਰਟ, ਆਪਣੇ ਦਿਲ ਜਾਂ ਦਿਲ ਦੇ ਰਿਲੇਟਿਡ ਚੀਜ਼ਾਂ ਨੂੰ ਸਟੱਡੀ ਕਰਨਾ, ਉਹਨੂੰ ਕਹਿੰਦੇ ਨੇ ਕਾਰਡੀਓਲੋਜੀ। ਤੇ ਜਿਹੜੇ ਦਿਲ ਵਾਲੇ ਡਾਕਟਰ ਹੁੰਦੇ ਨੇ ਉਹਨਾਂ ਨੂੰ ਕਹਿੰਦੇ ਨੇ ਕਾਰਡੀਓਲੋਜਿਸਟ। ਉਹਨਾਂ ਨੂੰ ਕੀ ਕਹਿੰਦੇ ਨੇ? ਕਾਰਡੀਓਲੋਜਿਸਟ। ਠੀਕ ਹੈ, ਇਹਦੇ ਨਾਲ ਟਰਮ ਹੈ। ਤੇ ਆਪਣੇ ਹਾਰਟ ਦੇ ਵਿੱਚ ਆਪਣੀ ਹਾਰਟ ਬੀਟ ਨੂੰ ਸੈਂਸ ਕਰਨ ਵਾਸਤੇ ਇੱਕ ਗ੍ਰਾਫ ਬਣਾਇਆ ਜਾਂਦਾ ਹੈ, ਇੱਕ ਮਸ਼ੀਨ ਹੁੰਦੀ ਉਹਨੂੰ ਕਹਿੰਦੇ ਨੇ ECG। ਆਪਾਂ ਕਹਿੰਦੇ ਨਾ ਦਿਲ ਦੀ ECG ਕਰਵਾਈ ਹੈ, ਇਹਦਾ ਮਤਲਬ ਹੁੰਦਾ ਇਲੈਕਟ੍ਰੋਕਾਰਡੀਓਗ੍ਰਾਮ। ਇਲੈਕਟ੍ਰੋਕਾਰਡੀਓਗ੍ਰਾਮ ਵੀ ਲਿਖਿਆ ਹੋ ਸਕਦਾ। ਇਲੈਕਟ੍ਰੋਕਾਰਡੀਓਗ੍ਰਾਮ ਇੱਕ ਮਸ਼ੀਨ ਹੁੰਦੀ ਹੈ ਤੇ ਇਲੈਕਟ੍ਰੋਕਾਰਡੀਓਗ੍ਰਾਫ ਬਣਦਾ ਹੈ। ਠੀਕ ਹੈ ਜੀ, ਕੁਐਸਚਨ ਇਵੇਂ ਪੁੱਛਿਆ ਜਾ ਸਕਦਾ ਹੈ ਵੀ ਜਿਹੜੀ ECG ਹੁੰਦੀ ਹੈ ਇਹ ਟਰਮ ਆਪਣੀ ਬੋਡੀ ਦੇ ਕਿਸ ਅੰਗ ਨਾਲ ਰਿਲੇਟਿਡ ਹੈ? ਇਹ ਕਿਸ ਨਾਲ ਰਿਲੇਟਿਡ ਹੈ? ਆਪਣੇ ਹਾਰਟ ਦੇ ਨਾਲ। ਠੀਕ ਹੈ ਜੀ, ਜਦੋਂ ਵੀ ਵਰਡ ਕਾਰਡੀਓ ਆ ਜਾਵੇ ਤਾਂ ਮਤਲਬ ਕੀ ਹੈ? ਦਿਲ ਦੀ ਗੱਲ ਹੋ ਰਹੀ ਹੈ। ਠੀਕ ਹੈ ਜੀ, ਇਕੋਲੋਜੀ, ਸਟੱਡੀ ਆਫ ਇੰਟਰ ਰਿਲੇਸ਼ਨ ਬਿਟਵੀਨ ਲਿਵਿੰਗ ਐਂਡ ਦੇਅਰ ਇਨਵਾਇਰਮੈਂਟ। ਮਤਲਬ ਕਿਸੇ ਵੀ ਜਗ੍ਹਾ ਤੇ ਜੋ ਲਿਵਿੰਗ ਬੀਇੰਗ ਹੈਗੇ ਨੇ, ਜੋ ਜਿੰਦਾ ਚੀਜ਼ਾਂ ਨੇ, ਉਹਨਾਂ ਦਾ ਨੋਨ ਲਿਵਿੰਗ ਬੀਇੰਗ ਦੇ ਨਾਲ ਕੀ ਰਿਲੇਸ਼ਨ ਹੈ ਉਹਨੂੰ ਸਟੱਡੀ ਕਰਨਾ, ਉਹਨੂੰ ਕਹਿੰਦੇ ਨੇ ਇਕੋਲੋਜੀ।
ठीक है जी। अपना अपने वातावरण नाल की संबंध है, ਆਪਾਂ ਆਪਣੇ ਵਾਤਾਵਰਨ ਦੇ ਵਿੱਚੋਂ ਪਾਣੀ, ਹਵਾ, ਮਿੱਟੀ ਆਪਾਂ ਇਹਨਾਂ ਤੇ ਡਿਪੈਂਡ ਕਰਦੇ ਹਾਂ, ਤਾਂ ਆਪਣੇ ਇਹਨਾਂ ਦੇ ਨਾਲ ਰਿਲੇਸ਼ਨ ਸਟੱਡੀ ਕਰਨੇ ਉਹਨੂੰ ਕਹਿੰਦੇ ਨੇ ਇਕੋਲੋਜੀ। ठीक है जी। उस तो बाद है डिफ्यूजन। डिफ्यूजन रैंडम मूवमेंट ऑफ मॉलिक्यूल, किसी भी चीज़ का अपनी हाई कंसनट्रेशन टू लो कंसनट्रेशन में जाना। ठीक है, सिंपल जी एग्जाम्पल है, आपां धूफ लगाने हैं कमरे में या किसी ने सेंट लगाया होंगे, ठीक है, इस जगह पर आप धूफ ला दी, थोड़ी देर बाद वो स्मैल सारे रूम में फैल जाती है। बस किसी चीज़ का वध तो घट वाले पासे जाना, वध तो घट वाल जाना, ठीक है, उन्होंने आप की कहते हैं डिफ्यूजन। उस प्रोसैस नूं की कहा जाता है, डिफ्यूजन। एवोल्यूशन स्टडी ऑफ ओरिजिन ऑफ लाइफ, धरती ते या किसी भी जगह ते लाइफ की शुरुआत किवें हुई सी, ਉਹਦੇ 'ਚ ਕੀ ਵੇਰੀਏਸ਼ਨਸ, ਉਹਦੇ 'ਚ ਕੀ ਵਿਭਿੰਨਤਾਵਾਂ ਆਈਆਂ, ਉਹਦੇ ਵਿੱਚੋਂ ਕਿਹੜੀਆਂ ਨਵੀਆਂ ਸਪੀਸ਼ੀਜ਼ ਬਣੀਆਂ, ਤਾਂ ਉਸ ਸਾਰੇ ਪ੍ਰੋਸੈਸ ਨੂੰ ਆਪਾਂ ਕੀ ਕਹਿੰਦੇ ਆ, ਐਵੋਲਿਊਸ਼ਨ। ਉਸ ਸਾਰੇ ਪ੍ਰੋਸੈਸ ਨੂੰ ਆਪਾਂ ਕੀ ਕਹਿੰਦੇ ਆ, ਐਵੋਲਿਊਸ਼ਨ। ठीक है जी। एंटोमोलॉजी, एंटोमोलॉजी दी स्टडी ऑफ इंसैक्ट, सीधा डायरैक्टली आप याद रखना है, इंसैक्ट की स्टडी नूं आपां की कहांगे, एंटोमोलॉजी। क्लोन जिहड़े स्पीशीज़ जिहड़ियां चीज़ां जैनेटिकली आइडेंटिकल होंदियां ने, सिंपल आइडेंटिकल नहीं, जैनेटिकली आइडेंटिकल मतलब अपनी जिवें किसी लिविंग बीइंग की जीरोक्स कॉपी बनानी, ठीक है, फोटोस्टेट करवानी, उन्होंने कहते हैं क्लोन। कार्डियोलॉजी दिल ते दिल नाल संबंधित चीज़ां नूं पढ़ना होंदी कार्डियोलॉजी। कार्डियोलॉजिस्ट एक डॉक्टर होंदे ने ਜਿਹੜੇ दिल दी बीमारियों का इलाज करते हैं। एक ECG इलैक्ट्रोकार्डियोग्राफ होंगे जिहदे ते दिल दे ग्राफ बनाए जाते हैं। डिफ्यूजन किसी भी चीज़ का अपनी वध तो घट वाले पासे जाना, उन्होंने कहते हैं डिफ्यूजन। इकोलॉजी किसी भी जगह ते लिविंग ते नॉन लिविंग के विचकार जिहड़ा रिलेशन है उन्होंने स्टडी करना, उन्होंने आपां कहने हैं इकोलॉजी। एवोल्यूशन अर्थ ते लाइफ की स्टार्टिंग किवें हुई सी ते की उन्हां दे विच रिलेशन है, उस चीज़ नूं स्टडी करना, दैट इज़ इकोलॉजी एवोल्यूशन। तो एंटोमोलॉजी स्टडी ऑफ इंसैक्ट, इंसैक्ट की स्टडी करना, उस चीज़ को आप की कहने एंटोमोलॉजी। ठीक है जी। अगे अपना टॉपिक शुरू करते हैं, तो आप सैल के बारे पढ़ लिया सी, अज आप सैल दे विच अगे पढ़ रहे हैं। ठीक है, हुण जिवें सैल ने सैलों तो मिला के ऑर्गेनिज्म बनते हैं, ठीक है, सैलों तो अगे ऑर्गेनिज्म बनते हैं। ठीक है जी। जेकर किसी ऑर्गेनिज्म दे विच एक ही सैल है, किसी ऑर्गेनिज्म दे विच एक सैल है, तो उन्होंने कहा जाएगा यूनीसैलुलर। उन्होंने आप की कहांगे यूनीसैलुलर। जे एक तो ज़्यादा सैल ने, चाहे 2 ने तो चाहे 100 ने, ठीक है, ज़्यादा सैल ने मतलब मैनी सैल्स हैगे ने, तो उन्होंने आप की कहांगे मल्टीसैलुलर। उन्होंने आप की कहांगे मल्टीसैलुलर। यूनीसैलुलर ते मल्टीसैलुलर। ठीक है जी। यूनीसैलुलर दियां कुछ एग्जाम्पल्स, एन ऑर्गेनिज्म, ओह वाला ऑर्गेनिज्म, ऑर्गेनिज्म का मतलब होंदा कोई भी जीवित चीज़, कोई भी जीवित वस्तु दैट इज़ मेड अप ऑफ ओनली वन सैल, जिहड़ी सिर्फ इक्को ही सैल तो बनती है, उन्होंने आप की कहांगे यूनीसैलुलर ऑर्गेनिज्म। उसनूं आप की कहांगे यूनीसैलुलर ऑर्गेनिज्म। कुछ यूनीसैलुलर ऑर्गेनिज्म यूग्लिना, पैरामीशियम, यीस्ट ते अमीबा। यही अपने को कुछ एग्जाम्पल ने यूनीसैलुलर दियां। जिहड़े यूनीसैलुलर ऑर्गेनिज्म होंदे ने, उन्हां दे विच सारियां दियां सारियां लाइफ प्रोसैसिस, ठीक है, आल लाइफ प्रोसैसिस जो आप पिछले लैक्चर दे विच पढ़ियां सी, आर परफॉर्मड बाय ओनली सिंगल सैल। एक सिंगल सैल सारियां एक्टिविटीज़ परफॉर्म करता है, तां करके इहदा जिहड़ा लाइफ स्पैन होंदा है, ये थोड़ा टाइम सर्वाइव कर सकता है। इहदा लाइफ स्पैन कुछ मिनटां दा कुछ घंटियां दा हुंदा है, तां इहदा थोड़ा लाइफ स्पैन होंदा है। ये यूनीसैलुलर। मल्टीसैलुलर ओह वाले ऑर्गेनिज्म, ओह वालियां जीवित चीज़ां ਜਿਹੜੀਆਂ एक तो ज़्यादा टाइप के सैलों तो बणीਆਂ ਹੁੰਦੀਆਂ ਨੇ, ਉਹਨਾਂ ਨੂੰ ਆਪਾਂ ਕੀ ਕਹਿੰਦੇ ਆ, मल्टीसैलुलर। सारे प्लांट्स इस कैटेगरी ਵਿੱਚ ਆਉਂਦੇ ਨੇ।
ठीक है, सारे जंतु इस कैटागरी विच आउंदे ने, ठीक है, ते सारियां फंजाई इस कैटागरी विच आउंदियां ने, ठीक है। फंजाई दे विच एक एक्सैप्शनल केस हुंदा यीस्ट, यीस्ट एक फंजाई हुंदी है, ठीक है, पर यह मल्टी सैलुलर होंगी है, ठीक है। यीस्ट जिहड़ा है वह की है एक्सैप्शनल केस है, ठीक है जी। उम्मीद है यूनीसैलुलर ते मल्टी सैलुलर दे विच आपां नूं अंतर जिहड़ा है क्लीयर हो गया होएगा, ठीक है जी। अगे सैल थ्योरी, अगे है सैल। सैल अपने कोल दो तरह के होंदे ने, एक होंदे ने पुराने टाइप के सैल, उन्हां नूं कहंदे ने प्रोकैरियोटिक। प्रोकैरियोटिक सैल छोटे होंदे ने, ठीक है, वैल डिवैलप्ड नहीं होंदे, नॉट वैल डिवैलप्ड, वैल डिवैलप्ड नहीं होंदे। ते आह वाले साइज़ विच उन्हां दे कंपैरिजन वड्डे हुंदे ने, वैल डिवैलप्ड हुंदे ने। ते एक चीज़ होर, डिफरेंशिएटेड या फिर इवें कह सकते हैं डिफरेंट सैल ऑर्गेनैली। डिफरेंट सैल ऑर्गेनैली का की मतलब हुंदा है, इहदे विच अलग अलग छोटे अंग हुंदे ने जिहड़े अलग अलग काम करते हैं, ठीक है जी। इनू थोड़ा जिहा डिटेल विच आपां पढ़दे हां अगे यूकैरियोटिक नूं, ठीक है। एक बारी दोवां दे विच डिफरेंस पढ़ लैंदे हां, प्रोकैरियोटिक ते यूकैरियोटिक। प्रोकैरियोटिक सिंपल हुंदे ने, स्मॉल हुंदे ने ते 1 ਤੋਂ 2 माइक्रोमीटर, आपां पढ़िया सी माइक्रोमीटर सैल दा डायामीटर सैल दा साइज़ मैजर करन दा एक यूनिट हुंदा है। ਇਹ ਜਿਹੜੇ ਨੇ रेंज 100 ਤੋਂ 10 ਤੋਂ 100 ਮਾਈਕਰੋਮੀਟਰ ਤੱਕ ਹੁੰਦੀ ਹੈ। ਇਹ ਸਿੰਪਲ ਹੁੰਦੇ ਨੇ, ਇਹ ਕੰਪਲੈਕਸ ਹੁੰਦੇ ਨੇ, ਇਹ ਸਮਾਲ ਹੁੰਦੇ ਨੇ, ਇਹ ਲਾਰਜ ਹੁੰਦੇ ਨੇ। ਪੋਜੈਸਿਸ ਰਿਜਿਡ ਸੈੱਲ ਵਾਲ, ਇਹਨਾਂ ਵਿੱਚ ਸੈੱਲ ਵਾਲ ਹੁੰਦੀ ਹੈ ਵਿਚ ਪ੍ਰੀਵੈਂਟ ਰੈਪਚਰ, ਸੈੱਲ ਨੂੰ ਟੁੱਟਣ ਤੋਂ ਬਚਾਉਂਦੀ ਹੈ। ਇਹਨਾਂ ਵਿੱਚ ਕੋਈ ਰਿਜਿਡ ਸੈੱਲ ਵਾਲ ਨਹੀਂ ਹੁੰਦੀ ਵਰਟੀਬ੍ਰੇਟ ਵਿੱਚ। ਵਰਟੀਬ੍ਰੇਟ ਮਤਲਬ ਐਨੀਮਲਸ ਦੀ ਗੱਲ ਕੀਤੀ ਗਈ ਹੈ, ਬਟ ਇਨ ਪਲਾਂਟ, ਪਲਾਂਟ ਦੇ ਵਿੱਚ ਸੈੱਲ ਵਾਲ ਪ੍ਰੈਜ਼ੈਂਟ ਹੈ, ठीक है। एनिमल के सैल वाल प्रेजेंट नहीं होंगे। मैंब्रेन बाउंडेड सैल ऑर्गेनैलीज आर एबसेंट। हुण मैंब्रेन बाउंडेड सैल ऑर्गेनैली, ऑर्गेनैली का मतलब होंगे सैल दे विच जिहड़े निकड़े अंग होंदे ने ओह इहदे विच नहीं होंदे, ते इहदे विच की है ओह होंदे ने ते सारे काम ओह करदे ने। इहदे विच जेनेटिक मटीरियल जिहड़ा विच ही पिया हुंदा है, ठीक है। उहदे विच कोई न्यूक्लीयर मैंब्रेन न्यूक्लियस नहीं होंदा। ਇਹਦੇ 'ਚ ਜੈਨੇਟਿਕ ਮਟੀਰੀਅਲ ਇੱਕ ਸਪੈਸ਼ਲ ਮੈਂਬਰੇਨ ਦੇ ਵਿੱਚ ਪਿਆ ਹੁੰਦਾ ਜਿਹਨੂੰ ਆਪਾਂ ਨਿਊਕਲੀਅਰ ਮੈਂਬਰੇਨ ਕਹਿੰਦੇ ਹਾਂ, ਉਹਨੂੰ ਆਪਾਂ ਸਪੈਸ਼ਲ ਇੱਕ ਨਿਊਕਲੀਅਰ ਮੈਂਬਰੇਨ ਕਹਿੰਦੇ ਹਾਂ। ਇਹਦੇ 'ਚ ਜੈਨੇਟਿਕ ਮਟੀਰੀਅਲ ਦੇ ਵਿੱਚ ਇੱਕ ਸਿੰਗਲ ਸਰਕੂਲਰ ਜਾਂ ਡਬਲ ਹੈਲੀਕਲ DNA ਹੁੰਦਾ ਤੇ ਇਹਦੇ ਵਿੱਚ ਕ੍ਰੋਮੋਜ਼ੋਮ ਹੁੰਦੇ ਨੇ ਕਾਫੀ ਸਾਰੇ, ਉਹ ਲੀਨੀਅਰ ਓਪਨ ਚੇਨ ਜਾਂ ਡਬਲ ਹੈਲੀਕਲ ਕਿਸੇ ਵੀ ਟਾਈਪ ਦੇ ਆਪਣੀ ਸਟਰਕਚਰ ਬਣੀ ਹੋਈ ਹੋ ਸਕਦੀ ਹੈ, ਠੀਕ ਹੈ ਜੀ। ਪ੍ਰੋਕੈਰਿਓਟਿਕ ਸੈੱਲ ਦੇ ਵਿੱਚ ਇੱਕ ਚੀਜ਼ ਨਾਲ ਯਾਦ ਰੱਖ ਲਿਓ ਜੀ, ਇਹਦੇ ਵਿੱਚ एक सैल ऑर्गेनैली राइबोसोम्स होंदी है जिहड़ी आपां नूं विखदी है, बाकी कोई भी सैल ऑर्गेनैली आपां डिफरेंशिएट नहीं कर सकते। तो यूकैरियोटिक दे विच सारियां सैल ऑर्गेनैलीज डिफरेंशिएटेड होंदियां ने, सारियां सैल ऑर्गेनैली डिफरेंशिएटेड होंदियां ने, ठीक है। यूकैरियोटिक दे विच सारियां सैल ऑर्गेनैलीज डिफरेंशिएटेड होंदियां ने, ठीक है जी। प्रोकैरियोटिक वैल डिवैलप्ड नहीं होंदे ते यूकैरियोटिक की होंदे ने वैल डिवैलप्ड होंदे ने। ਅੱਗੇ ਜੀ ਸੈੱਲ ਦੇ 3 ਬੇਸਿਕ ਪਾਰਟ, ਜਦੋਂ ਆਪਾਂ ਸੈੱਲ ਦੀ ਡਿਵਾਈਡੇਸ਼ਨ ਕਰਦੇ ਹਾਂ ਸੈੱਲ ਦੇ 3 ਮੇਨ ਹਿੱਸੇ ਹੁੰਦੇ ਨੇ। ਇੱਕ ਆਹ ਵਿੱਚ ਵਾਲਾ ਹਿੱਸਾ ਉਹਨੂੰ ਕਹਿੰਦੇ ਨੇ ਨਿਊਕਲੀਅਸ, ਠੀਕ ਹੈ। ਸੈੱਲ ਦਾ ਇਹਨੂੰ ਨਾਭਿਕ ਕਹਿ ਦਿੰਦੇ ਨੇ, ਕੇਂਦਰਕ ਵੀ ਕਿਹਾ ਜਾ ਸਕਦਾ, ਠੀਕ ਹੈ ਜੀ। ਤੇ ਸੈੱਲ ਦੇ ਵਿੱਚ ਨਿਊਕਲੀਅਸ ਹੁੰਦਾ, ਇਹ ਸਭ ਤੋਂ ਪਹਿਲਾਂ ਦੱਸਿਆ ਸੀ ਰੋਬਰਟ ਬਰਾਊਨ ਨੇ, ਇਟ ਵਾਸ ਫਸਟ ਕੋਇਨਡ ਬਾਈ ਰੋਬਰਟ ਬਰਾਊਨ। ਰੋਬਰਟ ਬਰਾਊਨ ਨੇ ਦੱਸਿਆ ਸੀ ਸੈੱਲ ਦੇ ਵਿੱਚ ਨਿਊਕਲੀਅਸ ਹੁੰਦਾ, ਠੀਕ ਹੈ। ਉਸ ਤੋਂ ਬਾਅਦ ਸੈੱਲ ਦੇ ਸਭ ਤੋਂ ਬਾਹਰ ਵਾਲੀ ਸੈੱਲ ਮੈਂਬਰੇਨ, ਠੀਕ ਹੈ। ਸੈੱਲ ਮੈਂਬਰੇਨ, ਠੀਕ ਹੈ, ਇਹਨੂੰ ਕਹਿੰਦੇ ਨੇ ਸੈੱਲ ਝਿੱਲੀ। ਤੇ ਉਸ ਤੋਂ ਬਾਅਦ ਜਿਹੜਾ ਵਿੱਚ ਵਾਲਾ ਆਹ ਪਾਰਟ ਜਿਹੜਾ ਪਿੰਕ ਪਿੰਕ ਕਲਰ ਦਾ ਹੈ, ਆਹ ਸਾਰਾ ਪਾਰਟ ਇਹਨੂੰ ਕਹਿੰਦੇ ਨੇ ਸਾਈਟੋਪਲਾਜ਼ਮ, ठीक है, इन्हें कहते हैं साइटोप्लाज्म, ठीक है। तो जेकर न्यूक्लीयस दे विच दी गल करिए तो न्यूक्लीयस दे विच जिहड़ा मटीरियल है, जिहड़ा आह येलो कलर नाल शेड करया जा रहा है,
ਇਹਨੂੰ ਕਹਿੰਦੇ ਨੇ ਨਿਊਕਲੀਓਪਲਾਜ਼ਮ। ਇਹਨੂੰ ਕਹਿੰਦੇ ਨੇ ਨਿਊਕਲੀਓਪਲਾਜ਼ਮ। ਠੀਕ ਹੈ, ਨਿਊਕਲੀਓਪਲਾਜ਼ਮ ਜਿਹੜਾ ਲਿਕੁਇਡ ਨਿਊਕਲੀਅਸ ਦੇ ਵਿੱਚ ਪ੍ਰੈਜੈਂਟ ਹੁੰਦਾ ਹੈ ਉਹਨੂੰ ਨਿਊਕਲੀਓਪਲਾਜ਼ਮ ਕਿਹਾ ਜਾਂਦਾ ਹੈ, ਤੇ ਜਿਹੜਾ ਸੈੱਲ ਦੇ ਵਿੱਚ ਪ੍ਰੈਜੈਂਟ ਹੁੰਦਾ ਉਹ ਸਾਈਟੋਪਲਾਜ਼ਮ ਹੁੰਦਾ ਹੈ। ਤੇ ਸਾਈਟੋਪਲਾਜ਼ਮ ਤੇ ਨਿਊਕਲੀਓਪਲਾਜ਼ਮ ਨੂੰ ਰਲਾ ਦਿੱਤਾ ਜਾਵੇ ਤਾਂ ਉਹਨੂੰ ਕਹਿੰਦੇ ਨੇ ਪ੍ਰੋਟੋਪਲਾਜ਼ਮ। ਇੱਕ ਟਰਮ ਯੂਜ਼ ਕਰੀ ਜਾਂਦੀ ਪ੍ਰੋਟੋਪਲਾਜ਼ਮ। ਸੈੱਲ ਦੇ ਵਿੱਚ ਜਿੰਨਾ ਵੀ ਸਾਰਾ ਲਿਕੁਇਡ ਹੈ, the whole liquid in the cell means the mixture of, ਮਿਕਸਚਰ ਨਹੀਂ ਕਹਿ ਸਕਦੇ ਆਪਾਂ ਵੀ ਦੋਵਾਂ ਨੂੰ ਕੰਬਾਈਨ ਕਰਕੇ, ਸਾਈਟੋਪਲਾਜ਼ਮ ਪਲੱਸ ਨਿਊਕਲੀਓਪਲਾਜ਼ਮ। ਠੀਕ ਹੈ, ਉਹਨੂੰ ਆਪਾਂ ਕੀ ਕਹਿ ਦੇਣਾਗੇ, ਪ੍ਰੋਟੋਪਲਾਜ਼ਮ। ਠੀਕ ਹੈ ਜੀ, ਇਹ ਸੈੱਲ ਦੇ ਮੇਨ 3 ਬੇਸਿਕ ਪਾਰਟ ਨੇ। 3 ਬੇਸਿਕ ਪਾਰਟ, ਸੈੱਲ ਦੇ ਵਿੱਚ ਨਿਊਕਲੀਅਸ ਹੁੰਦਾ ਹੈ, ਸੈੱਲ ਵਿੱਚ ਸੈੱਲ ਮੈਂਬਰੇਨ ਹੁੰਦੀ, ਤੇ ਸੈੱਲ ਦੇ ਵਿੱਚ ਸਾਈਟੋਪਲਾਜ਼ਮ ਹੁੰਦਾ। ਠੀਕ ਹੈ ਜੀ, ਇਫ ਵੀ ਸਟੱਡੀ ਅ ਸੈੱਲ ਅੰਡਰ ਅ ਮਾਈਕਰੋਸਕੋਪ we would came across 3 features in almost every cell। 3 ਚੀਜ਼ਾਂ ਨੇ ਜਿਹੜੀਆਂ ਹਰ ਇੱਕ ਸੈੱਲ ਵਿੱਚ ਹੋਣਗੀਆਂ। ਕਿਹੜੀਆਂ? ਪਲਾਜ਼ਮਾ ਮੈਂਬਰੇਨ, ਇਹਨੂੰ ਆਪਾਂ ਸੈੱਲ ਮੈਂਬਰੇਨ ਵੀ ਕਹਿ ਦਿੰਦੇ ਹਾਂ। ਸੈੱਲ ਮੈਂਬਰੇਨ ਜਾਂ ਪਲਾਜ਼ਮਾ ਮੈਂਬਰੇਨ ਇੱਕੋ ਹੀ ਚੀਜ਼ ਹੁੰਦੀ ਹੈ। ਠੀਕ ਹੈ, ਉਸ ਤੋਂ ਬਾਅਦ ਸੈੱਲ ਦੇ ਵਿੱਚ ਨਿਊਕਲੀਅਸ ਹੁੰਦਾ ਤੇ ਸੈੱਲ ਦੇ ਵਿੱਚ ਸਾਈਟੋਪਲਾਜ਼ਮ ਹੁੰਦਾ। All activity in the cell and interactions of the cell with its environment are possible due to these features। ਇਹਨਾਂ ਤਿੰਨਾਂ ਕਰਕੇ ਸੈੱਲ ਅਗਾਂ ਕਿਸੇ ਨਾਲ ਜੋ ਵੀ ਆਪਦੀਆਂ ਲਾਈਫ ਪ੍ਰੋਸੈਸਿਸ, ਜੋ ਵੀ ਸਾਰੇ ਸਿਸਟਮ ਨੇ ਚਲਾ ਪਾਉਂਦਾ। ਤਾਂ ਪਲਾਜ਼ਮਾ ਮੈਂਬਰੇਨ, ਨਿਊਕਲੀਅਸ, ਸਾਈਟੋਪਲਾਜ਼ਮ। ਹੁਣ ਸਾਈਟੋਪਲਾਜ਼ਮ ਦੇ ਵਿੱਚ ਕਾਫੀ ਖਾਲੀ ਥਾਂ ਹੁੰਦੀ ਹੈ। ਆਹ ਵਾਲੀ ਸਾਰੀ ਥਾਂ ਸਾਈਟੋਪਲਾਜ਼ਮ ਲਈ ਖਾਲੀ ਹੁੰਦੀ ਹੈ। ਇਹਦੇ ਵਿੱਚ ਛੋਟੇ ਛੋਟੇ ਅੰਗ ਹੁੰਦੇ ਨੇ, ਇਹਦੇ ਵਿੱਚ ਛੋਟੇ ਛੋਟੇ ਅੰਗ ਹੁੰਦੇ ਨੇ, ਉਹਨਾਂ ਨੂੰ ਕਿਹਾ ਜਾਂਦਾ ਸੈੱਲ ਔਰਗਨੈਲੀ। ਉਹਨਾਂ ਨੂੰ ਕਹਿੰਦੇ ਹਾਂ ਸੈੱਲ ਔਰਗਨੈਲੀ। ਸੈੱਲ ਔਰਗਨੈਲੀ ਆਪਸ ਦੇ ਵਿੱਚ ਰਲ ਮਿਲ ਕੇ ਛੋਟੇ ਛੋਟੇ ਕੰਮ ਕਰਦੇ ਨੇ। ਠੀਕ ਹੈ, ਤੇ ਉਹ ਕੀ ਹੁੰਦੀਆਂ ਨੇ? ਸੈੱਲ ਔਰਗਨੈਲੀ। ਠੀਕ ਹੈ, ਸੈੱਲ ਸਾਈਟੋਪਲਾਜ਼ਮ ਦੇ ਮੇਨ 2 ਪਾਰਟ ਹੁੰਦੇ ਨੇ, ਇੱਕ ਸਾਈਟੋਸੋਲ ਤੇ ਇੱਕ ਸੈੱਲ ਔਰਗਨੈਲੀ। ਸਾਈਟੋਸੋਲ ਉਹਦਾ ਲਿਕੁਇਡ ਪਾਰਟ ਹੁੰਦਾ। ਠੀਕ ਹੈ, ਇਹਦੇ 'ਚ ਸਾਈਟੋਸੋਲ ਦੇ ਵਿੱਚ ਕਾਫੀ ਤੱਕ ਵਾਟਰ, ਕਾਫੀ ਕੰਟੈਂਟ ਪਾਣੀ ਹੁੰਦਾ। ਬਾਕੀ ਸੈੱਲ ਔਰਗਨੈਲੀ, ਹੁਣ ਸੈੱਲ ਔਰਗਨੈਲੀ ਕਿਹੜੀ ਕਿਹੜੀ ਹੁੰਦੀ ਨੇ? ਹੁੰਦਾ ਐਂਡੋਪਲਾਜ਼ਮਿਕ ਰੈਕਟੀਕੁਲਮ, ਉਹਨੂੰ ਕਹਿੰਦੇ ਨੇ ER। ਇੱਕ ਹੁੰਦੀਆਂ ਨੇ ਗੋਲਗੀ ਬਾਡੀਜ਼, ਇੱਕ ਹੁੰਦੇ ਨੇ ਲਾਈਸੋਸੋਮ, ਇੱਕ ਹੁੰਦੇ ਨੇ ਵੈਕਿਊਲਸ, ਮਾਈਟੋਕੌਂਡਰੀਆ, ਪਲਾਸਟਿਡ, ਸੈਂਟਰੋਸੋਮ ਤੇ ਸਾਈਟੋਸਕੈਲਟਨ। ਇਹ ਸੈੱਲ ਦੀਆਂ ਔਰਗਨੈਲੀਜ਼ ਨੇ। ਠੀਕ ਹੈ ਜੀ, ਐਨੀਮਲ ਸੈੱਲ ਤੇ ਪਲਾਂਟ ਸੈੱਲ ਦੇ ਵਿੱਚ ਕਾਫੀ ਚੀਜ਼ਾਂ ਸੇਮ ਹੁੰਦੀਆਂ ਨੇ, ਬਸ 2-3 ਚੀਜ਼ਾਂ ਦਾ ਫਰਕ ਹੁੰਦਾ। ਕਿਹੜੀ ਕਿਹੜੀ ਚੀਜ਼ਾਂ? ਉਸ ਤੋਂ ਪਹਿਲਾਂ ਆਪਾਂ ਇਹਨਾਂ ਚੀਜ਼ਾਂ ਬਾਰੇ ਪੜ੍ਹਦੇ ਹਾਂ, ਫਿਰ ਉਸ ਤੋਂ ਬਾਅਦ ਆਪਾਂ ਡਿਸਕਸ ਕਰਾਂਗੇ ਕਿਹੜੀ ਕਿਹੜੀ ਚੀਜ਼ਾਂ ਦਾ ਫਰਕ ਹੁੰਦਾ। ਠੀਕ ਹੈ, ਸਭ ਤੋਂ ਪਹਿਲੀ ਟਰਮ ਹੈ ਆਪਣੇ ਕੋਲ ਪਲਾਜ਼ਮਾ ਮੈਂਬਰੇਨ। ਪਲਾਜ਼ਮਾ ਮੈਂਬਰੇਨ ਹਰ ਇੱਕ ਸੈੱਲ ਦੇ ਬਾਹਰਲੇ ਪਾਸੇ ਹੁੰਦੀ ਹੈ। ਪਲਾਜ਼ਮਾ ਮੈਂਬਰੇਨ ਹਰ ਇੱਕ ਸੈੱਲ ਦੇ ਬਾਹਰਲੇ ਪਾਸੇ ਹੁੰਦੀ ਹੈ। ਠੀਕ ਹੈ, ਇਹ ਕੀ ਹੁੰਦੀ? ਐਕਸਟ੍ਰੀਮਲੀ ਡੈਲੀਕੇਟ, ਮਤਲਬ ਜਮਾ ਪਤਲੀ ਹੁੰਦੀ ਹੈ। ਡੈਲੀਕੇਟ ਮਤਲਬ ਉਹਦੇ ਸਟਰੈਚੇਬਲ ਹੁੰਦੀ ਹੈ। ਠੀਕ ਹੈ, ਥਿਨ ਪਤਲੀ ਹੁੰਦੀ, ਇਲਾਸਟਿਕ, ਜਿਵੇਂ ਇਹ ਮਤਲਬ ਥੋੜ੍ਹੀ ਇਲਾਸਟਿਸਿਟੀ ਹੁੰਦੀ ਇਹਦੇ 'ਚ, ਇਹ ਰਬੜ ਤਰ੍ਹਾਂ ਅੱਗੇ ਪਿੱਛੇ ਜਾ ਸਕਦੀ ਹੈ। ਲਿਵਿੰਗ ਪਾਰਟ ਹੁੰਦਾ। ਹੁਣ ਪਲਾਜ਼ਮਾ ਮੈਂਬਰੇਨ ਕੀ ਹੁੰਦਾ? ਲਿਵਿੰਗ ਪਾਰਟ ਹੁੰਦਾ ਸੈੱਲ ਦਾ। ਐਂਡ ਸੈਮੀ ਪਰਮੀਏਬਲ ਮੈਂਬਰੇਨ, ਆ ਬਹੁਤ ਇਹਦਾ ਇੱਕ ਸਪੈਸ਼ਲ ਫੀਚਰ ਹੈ, ਸੈਮੀ ਪਰਮੀਏਬਲ ਮੈਂਬਰੇਨ। ਸੈਮੀ ਪਰਮੀਏਬਲ ਦਾ ਮਤਲਬ ਇਹ ਹੈ, ਇਹ ਪਰਮਿਸ਼ਨ ਦਿੰਦੀ ਹੈ। ਪਰਮੀਏਬਲ ਦਾ ਮਤਲਬ ਇਹ ਹੈ, ਇਹ ਪਰਮਿਸ਼ਨ ਦਿੰਦੀ ਹੈ ਸੈੱਲ ਦੇ ਵਿੱਚ ਕੀ ਕੁਝ ਜਾਣਾ ਹੈ ਤੇ ਕੀ ਨਹੀਂ ਜਾਣਾ, ਉਹ ਇਹਨੇ ਡਿਸਾਈਡ ਕਰਨਾ। ਠੀਕ ਹੈ, ਇਹ ਸਾਰੀਆਂ ਚੀਜ਼ਾਂ ਪਲਾਜ਼ਮਾ ਮੈਂਬਰੇਨ ਬਾਰੇ ਆਪਾਂ ਨੂੰ ਪਤਾ ਹੋਣੀਆਂ ਚਾਹੀਦੀਆਂ। ਮੇਡ ਅਪ ਆਫ 2 ਲੇਅਰਸ ਆਫ ਲਿਪਿਡ ਮੋਲੀਕਿਊਲਸ। ਠੀਕ ਹੈ, ਇਹ ਜਿਹੜੀ ਲਿਪਿਡ ਮੋਲੀਕਿਊਲਸ ਦੀ ਬਣੀ ਹੁੰਦੀ ਹੈ, ਇਹ ਜਿਹੜੇ ਲਿਪਿਡਸ ਬਣੇ ਹੁੰਦੇ ਉਹਨਾਂ ਨੂੰ ਕਹਿੰਦੇ ਨੇ ਫੋਸਫੋਲਿਪਿਡਸ। ਉਹਨਾਂ ਨੂੰ ਬੱਚਿਓ ਆਪਾਂ ਕੀ ਕਹਿੰਦੇ ਆ? ਫੋਸਫੋਲਿਪਿਡਸ। ਠੀਕ ਹੈ, ਫਾਸਫੋਰਸ ਪਲੱਸ ਲਿਪਿਡ ਦੇ ਹੁੰਦੇ ਨੇ, ਤਾਂ ਕਰਕੇ ਇਹਨਾਂ ਨੂੰ ਕਹਿੰਦੇ ਨੇ ਫੋਸਫੋਲਿਪਿਡਸ। ਇਹਦੀ ਜਿਹੜੀ ਥਿਕਨੈਸ ਹੈ 75 ਤੋਂ 100 ਐਂਗਸਟਰੋਮ। ਠੀਕ ਹੈ, ਜੇ ਯਾਦ ਰਹਿ ਸਕਦਾ ਤਾਂ ਬੜੀ ਚੰਗੀ ਗੱਲ ਹੈ। ਇੱਕ ਐਂਗਸਟਰੋਮ ਵਿੱਚ 10⁻⁻10 ਮੀਟਰ ਹੁੰਦੇ ਨੇ। ਇਹਨੂੰ ਆਪਾਂ ਇਲੈਕਟ੍ਰੋਨ ਮਾਈਕਰੋਸਕੋਪ ਨਾਲ ਵੇਖ ਸਕਦੇ ਹਾਂ, ਇਹਨੂੰ ਸਿੰਪਲ ਲਾਈਟ ਮਾਈਕਰੋਸਕੋਪ ਨਾਲ
नहीं वेख्या जा सकता, लाइट माइक्रोस्कोप नाल नहीं वेख सकते। ठीक है, ये फंक्शन ये शेप तो साइज़ सैल का शेप तो सैल के साइज़ में मेनटेन करके रखती है, सैल के अंदर वाले कंटेंट को प्रोटैक्ट करके रखती है, रेगूलेट एंट्री एंड एग्जिट ऑफ सबसटेंस, सैल के अंदर की जाना है या बाहर की जाना है उन्होंने मेनटेन करके रखती है, मेनटेन होम्योस्टैटिस, सैल के विच एक तरह का प्रैशर मेनटेन करके रखना पैंदा, सैल पूरा गोल गोल रहे तो उन्होंने कहते हैं होम्योस्टैटिस, सैल दे विच सिस्टम मेनटेन रहे उन्होंने की कहते हैं होम्योस्टैटिस। ठीक है जी, प्लाज्मा झिल्ली जी है वह कादी बनी होंगी है, फास्फोलिपिड्स की बनी होंगी है। ठीक है, ये एक सैल नूं दूजे सैल नालों सैपरेट करती है, आह सैल ते आह सैल सैपरेट ने तो आह उन्हां दी प्लाज्मा झिल्ली है। ठीक है जी, उस तो बाद सैल वाल, कई सैल स्पैशली प्लांट सैल, स्पैशली प्लांट सैल। ठीक है, यही प्लांट सैल दे विच सैल मैंबरेन के बाहरले पासे एक लेयर होर होंदी है उन्होंने कहते हैं सैल वाल, आपां कह दिंदे हां सैल कंध, यह सैलूलोज की बनी होंदी है, यह नॉन लिविंग होंदी है, आउटरमोस्ट कवरिंग होंदी है, यह टफ होंदी रिजिड होंदी, कुछ केसिस विच फ्लैक्सीबल हो सकती है, नहीं तो ज़्यादातर कंडीशन टफ या रिजिड होंदी है। यह सैलूलोज या फिर हैमी सैलूलोज की बनी होंदी है, यह थिन हो सकती है थिक हो सकती है, यह मल्टी लेयर्ड होंदी, वो दो ही लेयर्स होंदियां सी, यह मल्टी लेयर होंदी, यदी थिकनेस 50 तो 100 एंगस्ट्रॉम हो सकती है। यह स्पैशली प्लांट आप एक चीज़ वेखते हैं ना, प्लांट के स्किन ते हत्थ लाते हैं तो एनीमल्स की स्किन ते हत्थ लाते हैं, प्लांट ज़्यादा सख्त होंगे ने एनीमल्स के कंपैरिजन, प्लांट ज़्यादा सख्त होंगे ने एनीमल के कंपैरिजन, तो उन्होंने जी बाहर वाली जी मैंबरेन है वह सैल उन्होंने सैल का बाहरी हिस्सा सैल वाल तो बनया होंगे तो अपना सैल मैंबरेन तो बने होंगे, प्लांट के सैल वाल प्रैजेंट होंगी है, एनीमल के सैल वाल एबसेंट होंगी है। ये कम सैल ਨੂੰ डेफिनेट शेप प्रोवाइड करती है, उन्होंने स्ट्रैंथ प्रोवाइड करती है, उन्होंने रिजिडिटी प्रोवाइड करती है, सैल ड्राई अप सुक ना जाए उन्होंने वाले पानी के कंटेंट को बचा के रखती है, सैल ਨੂੰ एक्सपैंड होने तो बचाती है, एक्सपैंड होकर सैल फट ना जाए, प्रोटैक्ट द सैल फ्रॉम एक्सटर्नल पैथोजन तो बाहरले जीव जंतुओं तो बचा के रखती है, बाहरले जंतुओं तो बचा के रखती है। उस तो बाद है सैल दे विच न्यूक्लीयस, न्यूक्लीयस नूं ब्रेन ऑफ सैल भी कह देंगे ने। ठीक है, या फिर कुछ बुक्स दे विच इनू हैड क्वार्टर ऑफ ए सैल भी लिखा होंगे। सैल जो काम अपने विच एक ब्रेन करता है उही काम सैल दे विच सैल दा न्यूक्लीयस करता है। यह डेंस डेंस मतलब होंदा है गाढ़ा, स्फेरिकल मतलब गोलाकार, बॉडी लोकेटेड नीयर द सेंटर, लगभग सैल के सेंटर दे विच हुंदे 10 तो 25 माइक्रोमीटर का होंगे, 1 माइक्रोमीटर 10⁻⁶ मीटर के बराबर होंगे, प्रेजेंट इन आल सैल, लगभग सारे सैलों के प्रेजेंट होंगे, बस 1-2 सैलों छड्ड के, एक्सैप्ट रैड ब्लड सैल अपनी बॉडी के जोड़े RBC होंगे ने उन्होंने न्यूक्लीयस नहीं होंदा, तो सीव ट्यूब्स होंगे ने पौद्यां दे विच, पौद्यां विच भोजन का स्थानांतरण मतलब ट्रांसपोर्ट करते हैं, ਉਹਦੇ ट्रांसपोर्ट वास्ते, वैल डिवेलप्ड इन प्लांट एंड एनीमल, प्लांट्स एनीमल्स वैल डिवेलप्ड न्यूक्लीयस होंगे, अनडिवेलप्ड इन बैक्टीरिया डिवेलप पूरा नहीं होंदा, ब्लू ग्रीन एलगी या साइनो बैक्टीरिया उन्होंने नहीं होंदा, मोस्ट ऑफ द सैल आर यूनी न्यूक्लीएटेड, लगभग सैल यूनी न्यूक्लीएटेड होंगे ने, बस कुछ सैल जोड़े अपने स्कैलेटन मसल होंगे ने वह मल्टी न्यूक्लीएटेड होंगे ने, बाकी सारे सैल की होंगे ने यूनी न्यूक्लीएटेड होंगे भी एक न्यूक्लीयस एक सैल के एक न्यूक्लीयस होंगे, जिन्होंने नहीं होंदा वो होंगे ने RBC ते सीव ट्यूब्स, जिन्होंने ज़्यादा होंगे ने वो होंगे ने स्कैलेटल मसल सैल। ठीक है, न्यूक्लीयस दे विच आह अपना न्यूक्लीयस है, न्यूक्लीयस डबल मैंबरेन होंदा है, न्यूक्लीयस की होंदा है डबल मैंबरेन होंदा है, छोटे छोटे विच होल्स होंगे ने उन्होंने कहते हैं न्यूक्लीयर पोर्स, जिन्हों विचों न्यूक्लीयस दे विच मटीरियल अंदर बाहर जाता है। ठीक है, वो जिहड़ा मटीरियल होंदा उन्होंने कहते हैं न्यूक्लियोप्लाज्म, ये आप पढ़ चुके हैं,
ਉਹਦੇ ਵਿੱਚ ਛੋਟੀਆਂ ਫਾਈਬਰ ਲਾਈਕ ਸਟਰਕਚਰਸ ਹੁੰਦੇ ਨੇ, ਉਹਨਾਂ ਨੂੰ ਕਹਿੰਦੇ ਨੇ ਕ੍ਰੋਮੈਟਿਨ, ਤੇ ਵਿੱਚ ਇੱਕ ਛੋਟਾ ਜਿਹਾ ਇੱਕ ਗੋਲਾ ਇੱਕ ਡੈਂਸ ਪਾਰਟ ਹੁੰਦਾ, ਉਹਨੂੰ ਕਹਿੰਦੇ ਨਿਊਕਲੀਓਲਸ। ਨਿਊਕਲੀਅਸ ਦੇ ਵਿੱਚ ਕ੍ਰੋਮੈਟਿਨ ਫਾਈਬਰਸ ਤੇ ਨਿਊਕਲੀਓਲਸ 2 ਪਾਰਟ ਹੁੰਦੇ ਨੇ। ਜਿਹੜੀਆਂ ਕ੍ਰੋਮੈਟਿਨ ਫਾਈਬਰਸ ਹੁੰਦੀਆਂ ਨੇ, ਠੀਕ ਹੈ, ਉਹ ਉਹਨਾਂ ਕ੍ਰੋਮੋਜ਼ੋਮਸ ਦੇ ਵਿੱਚ ਕ੍ਰੋਮੈਟਿਨ ਫਾਈਬਰਸ ਹੁੰਦੀਆਂ ਨੇ, ਤੇ ਉਹਦੇ ਵਿੱਚ ਅੱਗੇ ਕ੍ਰੋਮੈਟਿਨ ਹੁੰਦਾ, ਉਹਦੇ ਵਿੱਚ ਹਿਸਟੋਨ ਪ੍ਰੋਟੀਨ ਹੁੰਦਾ, ਤੇ ਅੱਗੇ ਆਪਣਾ ਜੀਨਸ ਹੁੰਦੇ ਨੇ, ਠੀਕ ਹੈ, ਆਪਣੇ ਜਿਹੜੇ ਜੀਨਸ ਹੁੰਦੇ ਨੇ, ਤੇ ਜੀਨਸ ਤੇ ਆਪਣਾ DNA ਹੁੰਦਾ, ਠੀਕ ਹੈ। ਇਹ ਸਾਰਾ ਸਿਸਟਮ ਆਪਣੇ ਨਿਊਕਲੀਅਸ ਦੇ ਵਿੱਚ ਹੁੰਦਾ, ਠੀਕ ਹੈ। ਜੀਨਸ ਬਾਰੇ ਡਿਟੇਲ 'ਚ ਆਪਾਂ ਅੱਗੇ ਚੈਪਟਰ ਐਵੋਲਿਊਸ਼ਨ ਦੇ ਵਿੱਚ ਉਹਦੇ ਬਾਰੇ ਪੜ੍ਹਾਂਗੇ। ਸਾਈਟੋਪਲਾਜ਼ਮ ਇੱਕ ਜੈਲੀ ਟਾਈਪ ਮਟੀਰੀਅਲ ਹੁੰਦਾ, ਲਗਭਗ 80% ਪਾਣੀ ਹੁੰਦਾ। ਪਲਾਜ਼ਮਾ ਮੈਂਬਰੇਨ ਤੋਂ ਲੈ ਕੇ ਨਿਊਕਲੀਅਸ ਤੱਕ, ਆਹ ਪਲਾਜ਼ਮਾ ਮੈਂਬਰੇਨ ਤੇ ਆਹ ਨਿਊਕਲੀਅਸ, ਆਹ ਬਾਹਰ ਵਾਲੀ ਸਾਰੀ ਜਗ੍ਹਾ ਸਾਈਟੋਪਲਾਜ਼ਮ ਦਾ। ਕਲੀਅਰ ਲਿਕੁਇਡ ਪੋਰਸ਼ਨ ਕਾਲਡ ਸਾਈਟੋਸੋਲ, ਇਹਦੇ ਵਿੱਚ ਇੱਕ ਪਾਰਟ ਹੁੰਦਾ, ਉਹਨੂੰ ਸਾਈਟੋਸੋਲ ਕਹਿੰਦੇ ਨੇ, ਤੇ ਅਲੱਗ-ਅਲੱਗ ਪਾਰਟੀਕਲਸ ਹੁੰਦੇ ਨੇ। ਪਾਰਟੀਕਲਸ ਜਿਹੜੇ ਹੁੰਦੇ ਨੇ ਪ੍ਰੋਟੀਨ, ਕਾਰਬੋਹਾਈਡਰੇਟ, ਨਿਊਕਲਿਕ ਐਸਿਡ, ਲਿਪਿਡ ਤੇ ਇਨਆਰਗੈਨਿਕ ਆਇਨਸ ਹੁੰਦੀਆਂ ਨੇ। ਕਾਫੀ ਸਾਰੀਆਂ ਸੈੱਲ ਔਰਗੇਨੈਲਿਜ਼ ਇਹਦੇ ਵਿੱਚ ਹੁੰਦੀਆਂ ਨੇ, ਉਹਨਾਂ ਦੀ ਅਲੱਗ-ਅਲੱਗ ਸਟਰਕਚਰ, ਅਲੱਗ-ਅਲੱਗ ਫੰਕਸ਼ਨ ਹੁੰਦਾ ਹੈ। ਸਮ ਆਫ ਔਰਗੇਨੈਲਿਜ਼ ਆਰ ਵਿਜ਼ੀਬਲ, ਕੁਝ ਨੂੰ ਆਪਾਂ ਸਿਰਫ ਇਲੈਕਟ੍ਰੋਨ ਮਾਈਕਰੋਸਕੋਪ ਨਾਲ ਵੇਖ ਸਕਦੇ ਹਾਂ। ਜਿਹੜਾ ਸਾਈਟੋਪਲਾਜ਼ਮ ਹੈ ਗ੍ਰੈਨੂਲਰ, ਗ੍ਰੈਨੂਲਰ ਦਾ ਮਤਲਬ ਹੁੰਦਾ ਦਾਣੇਦਾਰ, ਜਿਵੇਂ ਕੋਈ ਚੀਜ਼ ਕਿਸੇ ਚੀਜ਼ ਵਿੱਚ ਛੋਟੇ ਸੀਡਸ ਟਾਈਪ, ਐਂਡ ਡੈਂਸ ਇਨ ਐਨੀਮਲ ਸੈੱਲ ਐਂਡ ਥਿਨ ਇਨ ਪਲਾਂਟ ਸੈੱਲ, ਪਲਾਂਟ ਸੈੱਲ ਦੇ ਵਿੱਚ ਥਿਨ ਹੁੰਦਾ, ਠੀਕ ਹੈ ਜੀ। ਤਾਂ ਅੱਜ ਦੇ ਟੌਪਿਕ ਤੱਕ ਆਪਾਂ ਇੰਨਾ ਹੀ ਕਰਾਂਗੇ, ਠੀਕ ਹੈ। ਬਾਕੀ ਇਸ ਤੋਂ ਬਾਅਦ ਸੈੱਲ ਔਰਗੇਨੈਲਿਜ਼ ਅਗਲੀ ਵੀਡੀਓ ਦੇ ਵਿੱਚ, ਠੀਕ ਹੈ ਜੀ। ਤਾਂ ਕਿਸੇ ਵੀ ਤਰ੍ਹਾਂ ਦਾ ਕੋਈ ਕਮੈਂਟ ਹੋਵੇ, ਕੋਈ ਡਾਊਟ ਹੋਵੇ, ਤਾਂ ਤੁਸੀਂ ਕਮੈਂਟ ਕਰਕੇ ਜ਼ਰੂਰ ਸਾਨੂੰ ਦੱਸੋ, ਉਹਦਾ ਜੋ ਵੀ ਸੋਲਿਊਸ਼ਨ ਹੋਏਗਾ ਅਗਲੀ ਵੀਡੀਓ ਦੇ ਵਿੱਚ ਅਪਲੋਡ ਕਰ ਦਿੱਤਾ ਜਾਵੇਗਾ। ਥੈਂਕ ਯੂ ਜੀ।